ਹੈਲਥ ਕੇਅਰ ਲਈ ਨਵੀਂ ਫੈਡਰਲ ਫੰਡਿੰਗ ਅਗਲੀ ਗੱਲਬਾਤ ਦੇ ਲਈ ਡਾਊਨ ਪੇਮੈਂਟ ਹੈ ਫॉरवर्ड। ਪ੍ਰੀਮੀਅਰ ਡੈਰਕ ਫॉरवर्ड ਦਾ ਆਖਣਾ ਹੈ ਕਿ ਫੈਡਰਲ ਸਰਕਾਰ ਦੇ ਵੱਲੋਂ ਹੈਲਥ ਕੇਅਰ ਦੀ ਦਿੱਤੀ ਜਾਣ ਵਾਲੀ 46 ਬਿਲੀਅਨ ਡਾਲਰ ਨਵੀਂ ਫੰਡਿੰਗ ਤਾਂ ਅਜੇ ਸ਼ੁਰੂਆਤ ਹੈ। ਇਸ ਦੀ ਅਗਲੀ ਗੱਲਬਾਤ ਦੇ ਲਈ ਸਿੱਧੀ ਡਾਊਨ ਪੇਮੈਂਟ ਮੰਨਿਆ ਜਾਣਾ ਚਾਹੀਦਾ ਹੈ। ਫॉरवर्ड ਦੇ ਵੱਲੋਂ ਇਹ ਟਿੱਪਣੀ ਮੰਗਲਵਾਰ ਦੁਪਹਿਰ ਨੂੰ ਹੋਰਨਾਂ ਪ੍ਰੀਮੀਅਰਸ ਦੇ ਨਾਲ ਕੀਤੀ ਗਈ ਸਾਂਝੀ ਕਾਨਫਰੰਸ ਦੇ ਦੌਰਾਨ ਕੀਤੀ ਗਈ। ਇਸ ਤੋਂ ਕੁਝ ਘੰਟੇ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਪ੍ਰੋਵਿੰਸ ਅਤੇ ਟੈਰੀਟਰੀਜ਼ ਦੇ ਲਈ ਫੰਡਿੰਗ ਮੁਹੱਈਆ ਕਰਾਉਣ ਦਾ ਤਹੀਆ ਪ੍ਰਗਟਾਇਆ ਗਿਆ ਸੀ। ਟਰੂਡੋ ਨੇ ਪ੍ਰੋਵਿੰਸ ਅਤੇ ਟੈਰੀਟਰੀਜ਼ ਨੂੰ ਅਗਲੇ 10 ਸਾਲਾਂ ਤੱਕ 196 ਬਿਲੀਅਨ ਡਾਲਰ ਮੁਹੱਈਆ ਕਰਾਉਣ ਦੀ ਪੇਸ਼ਕਸ਼ ਕੀਤੀ ਹੈ। ਇਸੇ ਨਾਲ ਉਹ ਪ੍ਰੋਵਿੰਸ ਅਤੇ ਟੈਰੀਟਰੀਜ਼ ਹੈਲਥ ਕੇਅਰ ਡਾਟਾ ਇਕੱਠਾ ਕਰਨ ਅਤੇ ਡਿਜੀਟਲ ਰਿਕਾਰਡ ਰੱਖਣ ਵਾਸਤੇ ਮਦਦ ਹਾਸਲ ਕਰ ਸਕਣਗੇ। ਪਰ ਫੈਡਰਲ ਸਰਕਾਰ ਨੇ ਨਵੇਂ ਫੰਡਾਂ ਦੇ ਰੂਪ ਦੇ ਵਿੱਚ ਸਿਰਫ 46 ਬਿਲੀਅਨ ਡਾਲਰ ਨਿਵੇਸ਼ ਕਰਨ ਦਾ ਫੈਸਲਾ ਕੀਤਾ ਹੈ। ਫॉरवर्ड ਦੇ ਆਫਿਸ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਸੋਧੇ ਹੋਏ ਦਵੱਲੇ ਸਮਝੌਤੇ ਦੇ ਤਹਿਤ ਇਸ ਰਕਮ ਦੇ ਵਿੱਚੋਂ ਵੀ ਅਗਲੇ 10 ਸਾਲਾਂ ਦੇ ਵਿੱਚ ਓਨਟਾਰੀਓ ਨੂੰ 8.4 ਬਿਲੀਅਨ ਡਾਲਰ ਹਾਸਿਲ ਹੋਣਗੇ। ਇਸ ਦੇ ਨਾਲ ਹੀ ਕੈਨੇਡਾ ਹੈਲਥ ਟ੍ਰਾਂਸਫਰ ਦੇ ਰੂਪ ਦੇ ਵਿੱਚ ਹੈਲਥ ਕੇਅਰ ਦੇ ਵਿੱਚ ਐਮਰਜੈਂਸੀ ਸੁਧਾਰ ਦੇ ਲਈ ਓਨਟਾਰੀਓ ਨੂੰ 776 ਮਿਲੀਅਨ ਡਾਲਰ ਮਿਲਣਗੇ। ਗੱਲ ਕਰਾਂਗੇ ਅਗਲੀ ਖਬਰ ਬਾਰੇ। ਗੱਡੀ ਵਿੱਚੋਂ ਟੱਕਰ ਮਾਰੇ ਜਾਣ ਦੇ ਕਾਰਨ ਮਹਿਲਾ ਹੋਈ ਜ਼ਖਮੀ। ਮੰਗਲਵਾਰ ਸ਼ਾਮ ਨੂੰ ਮਾਰਖਮ ਦੇ ਵਿੱਚ ਇੱਕ ਗੱਡੀ ਵੱਲੋਂ ਟੱਕਰ ਮਾਰੇ ਜਾਣ ਦੇ ਕਾਰਨ ਮਹਿਲਾ ਜ਼ਖਮੀ ਹੋ ਗਈ। ਘਟਨਾ ਨੂੰ ਅੰਜਾਮ ਦੇਣ ਵਾਲੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਏ। ਹਿੱਟ ਐਂਡ ਰਨ ਦੀ ਰਿਪੋਰਟ ਦੇ ਕੇ ਯਾਰਕ ਪੁਲਿਸ ਨੂੰ ਰਾਤੀ 8:30 ਵਜੇ ਤੋਂ ਬਾਅਦ ਸਟੀਲਜ਼ ਐਵੇਨਿਊ ਏਰੀਆ ਦੇ ਵਿੱਚ ਸੱਦਿਆ ਗਿਆ ਸੀ। ਪੁਲਿਸ ਤੁਰੰਤ ਮੌਕੇ ਵਾਰਦਾਤ ਤੇ ਪਹੁੰਚੀ। ਮਹਿਲਾ ਨੂੰ ਜ਼ਖਮੀ ਹਾਲਾਤਾਂ ਦੇ ਵਿੱਚ ਟਰੋਮਾ ਸੈਂਟਰ ਲਿਜਾਇਆ ਗਿਆ। ਇੱਥੇ ਉਸ ਦਾ ਆਪਰੇਸ਼ਨ ਵੀ ਕੀਤਾ ਗਿਆ। ਉਸ ਦੀ ਹਾਲਤ ਦੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕਦੀ। ਇਸੇ ਸਮੇਂ ਹਾਦਸਾ ਵਾਪਰਿਆ। ਮਹਿਲਾ ਸੜਕ ਪਾਰ ਕਰ ਰਹੀ ਸੀ। ਪੁਲਿਸ ਨੇ ਦੱਸਿਆ ਕਿ ਇਸ ਮਹਿਲਾ ਨੂੰ ਕਾਲੇ ਰੰਗ ਦੀ SUV ਦੇ ਵੱਲੋਂ ਟੱਕਰ ਮਾਰੀ ਗਈ ਹੈ। ਹਾਦਸੇ ਦੇ ਚਸ਼ਮਦੀਦਾਂ ਨੂੰ ਪੁਲਿਸ ਦੇ ਵੱਲੋਂ ਸਾਹਮਣੇ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ। ਗੱਲ ਕਰਾਂਗੇ ਅਗਲੀ ਖਬਰ ਬਾਰੇ। ਅਮਨ ਗੁਰਲਾਲ ਦੀ ਪੁਸਤਕ ਬਦਾਮੀ ਰੰਗ ਦੇ ਛੱਟੇ ਲੋਕ ਅਪਹਰਣ। ਰਾਮਗੜੀਆ ਸਿੱਖ ਫਾਊਂਡੇਸ਼ਨ ਆਫ ਓਨਟਾਰੀਓ ਦੇ ਵੱਲੋਂ ਮਹੀਨਾਵਾਰ ਕਵੀ ਦਰਬਾਰ ਬਰੈਂਪਟਨ ਦੇ ਰਾਮਗੜੀਆ ਭਵਨ ਵਿੱਚ ਕਰਾਇਆ ਗਿਆ। ਇਸੇ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਲੇਖਕ ਹਰਦਿਆਲ ਸਿੰਘ ਨੇ ਨਿਭਾਈ ਹੈ। ਉਹਨਾਂ ਨੇ ਸਭਾ ਦੇ ਵੱਲੋਂ ਕਰਵਾਏ ਜਾਂਦੇ ਸਮਾਗਮਾਂ ਦੇ ਬਾਰੇ ਨਿੱਜੀ ਦੇ ਨਾਲ ਸਰਵੇਖਣ ਕੀਤਾ ਹੈ। ਆਪੋ ਆਪਣੇ ਵਿਚਾਰਧਾਰਾ ਰੱਖਦੇ ਹੋਏ ਹਰੇਕ ਨੇ ਆਪਣੇ ਵਿਚਾਰਾਂ ਨੂੰ ਖੁੱਲ੍ਹੇ ਤੌਰ ਨਾਲ ਪੇਸ਼ ਕੀਤਾ। ਸਮਾਗਮ ਦੇ ਦੌਰਾਨ ਲੇਖਕ ਅਮਨ ਦੀ ਨਵ ਪੁਸਤਕ ਬਦਾਮੀ ਰੰਗ ਦੇ ਛੱਟੇ ਵੀ ਲੋਕ ਅਪਹਰਣ ਕੀਤੀ ਗਈ ਹੈ। ਇਸ ਬਾਰੇ ਗੱਲ ਕਰਦਿਆਂ ਅਮਨ ਨੇ ਆਖਿਆ ਹੈ ਕਿ ਇਹ ਉਸ ਦੀ ਪਹਿਲੀ ਪੁਸਤਕ ਹੈ। ਭਾਵੇਂ ਉਸ ਤੇ ਮਿਹਨਤ ਕਰਕੇ ਵਧੀਆ ਲਿਖਣ ਦੀ ਕੋਸ਼ਿਸ਼ ਕੀਤੀ, ਪਰ ਫਿਰ ਵੀ ਜੇਕਰ ਕਿਸੇ ਤਰ੍ਹਾਂ ਦੀ ਕਮੀ ਰਹਿ ਗਈ ਹੋਵੇ ਤਾਂ ਉਹ ਖਿਮਾ ਮੰਗਦੀ ਅਗਲੀ ਪੁਸਤਕ ਵਿਚਾਉਂਦਿਆਂ ਵਿੱਚ ਦੂਰ ਕੋਸ਼ਿਸ਼ ਕਰੇਗੀ। ਇਸ ਮੌਕੇ ਦੇ ਉੱਤੇ ਗਿਆਨੀ ਸਿੰਘ ਦਾਦਰੀ, ਪ੍ਰੋਫੈਸਰ ਜਗੀਰ ਕੌਰ ਕਹਿਲੋ, ਸਰਬਜੀਤ ਕੌਰ ਕਹਿਲੋ, ਰਮਿੰਦਰ ਸਿੰਘ ਰਾਮੀ ਵਾਲਿਆਂ ਅਤੇ ਗੁਰਦੇਵ ਸਿੰਘ ਕਾਂਕੜਾ ਆਪੋ ਆਪਣੇ ਰਚਨਾਵਾਂ ਸੁਣਾਈਆਂ ਗਈਆਂ। ਅੰਤ ਦੇ ਵਿੱਚ ਹਰਦਿਆਲ ਸਿੰਘ ਨੇ ਸੰਭਾਵਨਾ ਦੇ ਨਾਲ ਧੰਨਵਾਦ ਕੀਤਾ। ਗੱਲ ਕਰਾਂਗੇ ਅਗਲੀ ਖਬਰ ਬਾਰੇ। ਅਮਰੀਕਾ ਨੇ ਚੀਨ ਨੂੰ ਜਾਸੂਸੀ ਗੁਬਾਰੇ ਦੇ ਅਵਸ਼ੇਸ਼ ਵਾਪਿਸ ਕਰਨ ਤੋਂ ਦਿੱਤਾ ਇਨਕਾਰ। ਕਥਿਤ ਜਾਸੂਸੀ ਗੁਬਾਰੇ ਨੂੰ ਲੈ ਕੇ ਅਮਰੀਕਾ ਅਤੇ ਚੀਨ ਦੇ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਅਮਰੀਕਾ ਨੇ ਚੀਨ ਨੂੰ ਜਾਸੂਸੀ ਗੁਬਾਰੇ ਦੇ ਅਵਸ਼ੇਸ਼ ਉਸ ਨੂੰ ਵਾਪਿਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸੇ ਗੁਬਾਰੇ ਨੂੰ ਸ਼ਨੀਵਾਰ ਨੂੰ ਦੱਖਣੀ ਕੈਰੋਲੀਨਾ ਦੇ ਅੰਟਾਰਕਟਿਕ ਮਹਾਸਾਗਰ ਦੇ ਤੱਟ ਦੇ ਹੇਠਾਂ ਸੁੱਟਿਆ ਗਿਆ। ਅਮਰੀਕੀ ਫੌਜਾਂ ਨੇ ਚੀਨੀ ਜਾਸੂਸੀ ਗੁਬਾਰਿਆਂ ਦੇ ਅਵਸ਼ੇਸ਼ਾਂ ਨੂੰ ਇਕੱਠਾ ਕਰਨ ਦੇ ਲਈ ਆਪਣੀਆਂ ਕੋਸ਼ਿਸ਼ਾਂ ਤੇਜ਼ ਕੀਤੀਆਂ ਹਨ, ਜੋ ਪਿਛਲੇ ਹਫ਼ਤੇ ਕਈ ਦਿਨਾਂ ਤੋਂ ਮੋਂਟਾਨਾ ਤੋਂ ਦੱਖਣੀ ਕੈਰੋਲੀਨਾ ਤੱਕ ਅਮਰੀਕਾ ਦੇ ਆਸਮਾਨ ਦੇ ਵਿੱਚ ਉੱਡਦਾ ਦਿਖਾਈ ਗਿਆ ਸੀ। ਗੁਬਾਰੇ ਬਾਰੇ ਮਿਲੀ ਸ਼ੁਰੂਆਤੀ ਜਾਣਕਾਰੀ ਦੇ ਆਧਾਰ ਦੇ ਉੱਤੇ ਵਾਈਟ ਹਾਊਸ ਨੇ ਸੋਮਵਾਰ ਨੂੰ ਪੂਰੇ ਭਰੋਸੇ ਦੇ ਨਾਲ ਕਿਹਾ ਇਹ ਜਾਸੂਸੀ ਗੁਬਾਰਾ ਸੀ। ਅਧਿਕਾਰੀਆਂ ਨੇ ਆਖਿਆ ਕਿ ਇਸ ਨੇ ਅੰਤਰਰਾਸ਼ਟਰੀ ਨਿਯਮਾਂ ਅਤੇ ਦੇਸ਼ ਦੀ ਪ੍ਰਭੂਸੱਤਾ ਦੀ ਉਲੰਘਣਾ ਕੀਤੀ ਹੈ। ਹਾਲਾਂਕਿ ਚੀਨ ਇਹਨਾਂ ਨੂੰ ਦੋਸ਼ਾਂ ਤੋਂ ਸਿਰੇ ਤੋਂ ਇਨਕਾਰ ਕਰਦਾ ਆ ਰਿਹਾ ਹੈ। ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਬੁਲਾਰੇ ਜੌਨ ਨੇ ਆਖਿਆ ਹੈ, ਮੈਨੂੰ ਇਸ ਨੂੰ ਵਾਪਿਸ ਕਰਨ ਦੇ ਕਿਸੇ ਇਰਾਦੇ ਜਾਂ ਫਿਰ ਯੋਜਨਾ ਬਾਰੇ ਨਹੀਂ ਪਤਾ। ਉਹਨਾਂ ਨੇ ਆਖਿਆ ਅਮਰੀਕੀ ਫੌਜਾਂ ਨੇ ਸਮੁੰਦਰ 'ਚੋਂ ਕੁਝ ਅਵਸ਼ੇਸ਼ ਬਰਾਮਦ ਕੀਤੇ ਹਨ। ਉਹ ਅਜੇ ਵੀ ਸਮੁੰਦਰ ਦੇ ਵਿੱਚ ਉਸ ਦੀ ਭਾਲ ਕਰ ਰਹੇ ਹਨ।
ਸ਼ਨੀਵਾਰ ਨੂੰ ਇੱਕ ਲੜਾਕੂ ਜਹਾਜ਼ ਦੇ ਦੁਆਰਾ ਗੁਬਾਰੇ ਨੂੰ ਗੋਲੀ ਮਾਰਨ ਤੋਂ ਪਹਿਲਾਂ ਕਿਰਬੀ ਨੇ ਆਖਿਆ ਹੈ ਕਿ ਇਸ ਬਾਰੇ ਬਹੁਤ ਮਹੱਤਵਪੂਰਨ ਜਾਣਕਾਰੀ ਇਕੱਠੀ ਕੀਤੀ ਗਈ ਸੀ। ਉੱਤਰੀ ਕਮਾਂਡਰ ਜਨਰਲ ਦੇ ਵੱਲੋਂ ਇਸ ਗੁਬਾਰੇ ਨੂੰ 200 ਫੁੱਟ ਦੀ ਉਚਾਈ ਤੇ ਸੀ, ਜਿਸ ਵਿੱਚ ਕਈ ਜਹਾਜ਼ ਪੌਂਡਾਂ ਦੇ ਅਤੇ ਪੈਲੋਡ ਹੁੰਦੇ ਸਨ। ਖਾਸ ਤੌਰ ਉੱਤੇ ਇਹ ਖੇਤਰੀ ਜੈਟ ਜਹਾਜ਼ ਦਾ ਆਕਾਰ ਹੈ। ਗੱਲ ਕਰਾਂਗੇ ਅਗਲੀ ਖਬਰ ਬਾਰੇ। ਕੈਲੀਫੋਰਨੀਆ ਦੇ ਪਾਰਕ ਵਿੱਚੋਂ ਛਤਰਪਤੀ ਸ਼ਿਵਜੀ ਦੀ ਮੂਰਤੀ ਹੋਈ ਚੋਰੀ। ਉੱਤਰੀ ਅਮਰੀਕਾ ਦੇ ਵਿੱਚ ਛਤਰਪਤੀ ਸ਼ਿਵਜੀ ਮਹਾਰਾਜ ਦੀ ਇਕਲੌਤੀ ਮੂਰਤੀ ਕੈਲੀਫੋਰਨੀਆ ਦੇ ਸੈਨ ਜੋਸ਼ ਨੇ ਇੱਕ ਪਾਰਕ ਵਿੱਚੋਂ ਚੋਰੀ ਹੋ ਗਈ। ਸੈਨ ਜੋਸ਼ ਪਾਰਕ ਦੇ ਵਿਭਾਗ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਟਵੀਟ 'ਚ ਕਿਹਾ ਗਿਆ ਕਿ ਸਾਨੂੰ ਆਪਣੇ ਭਾਈਚਾਰੇ ਨੂੰ ਇਹ ਦੱਸਦੇ ਹੋਏ ਅਫਸੋਸ ਹੋ ਰਿਹਾ ਹੈ ਕਿ ਛਤਰਪਤੀ ਸ਼ਿਵਜੀ ਮਹਾਰਾਜ ਦੀ ਮੂਰਤੀ ਗਾਇਬ ਹੈ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਕਦੋਂ ਚੋਰੀ ਹੋਈ ਹੈ। ਇਹ ਮੂਰਤੀ ਪੌਣੇ ਤੋਂ ਤੋਹਫੇ ਵਜੋਂ ਦਿੱਤੀ ਗਈ ਸੀ। ਉੱਤਰੀ ਅਮਰੀਕਾ ਦੇ ਵਿੱਚ ਮਰਾਠਾ ਸ਼ਾਸਕ ਦੀ ਇਹ ਇੱਕੋ ਇੱਕ ਮੂਰਤੀ ਸੀ। ਟਵੀਟ ਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਇਸ ਘਟਨਾ ਤੋਂ ਬਾਅਦ ਸ਼ਹਿਰ ਵਿੱਚ ਦੁੱਖ ਦਾ ਮਾਹੌਲ ਛਾਇਆ ਹੋਇਆ ਹੈ। ਵਿਭਾਗ ਨੇ ਟਵੀਟ 'ਚ ਆਖਿਆ, ਅਸੀਂ ਇਹ ਪਤਾ ਲਗਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੀ ਜਲਦੀ ਹੋ ਸਕੇ ਮੂਰਤੀ ਨੂੰ ਵਾਪਸ ਵੀ ਲਿਆਇਆ ਜਾਵੇਗਾ। ਵਿਭਾਗ ਨੇ ਕਿਹਾ ਹੈ ਕਿ ਅਧਿਕਾਰੀ ਮਾਮਲੇ ਦੀ ਜਾਂਚ ਦੇ ਵਿੱਚ ਜੁਟੇ ਹੋਏ ਹਨ। ਲੋਕਾਂ ਤੋਂ ਵੀ ਮਦਦ ਮੰਗੀ ਜਾ ਰਹੀ ਹੈ। ਗੱਲ ਕਰਾਂਗੇ ਅਗਲੀ ਖਬਰ ਬਾਰੇ। ਭਾਰਤੀ ਅਮਰੀਕੀ ਕੁੜੀ ਨਤਾਸ਼ਾ ਦੂਜੀ ਵਾਰੀ ਐਲਾਨੀ ਗਈ ਦੁਨੀਆ ਦੀ ਸਭ ਤੋਂ ਹੁਸ਼ਿਆਰ ਵਿਦਿਆਰਥਣ। ਅਮਰੀਕੀ ਸਥਿਤ ਜੋਹਨ ਕੈਂਪਸ ਸੈਂਟਰ ਫਾਰ ਯੂਥ ਦੀ ਦੁਨੀਆ ਭਰ ਦੇ 76 ਦੇਸ਼ਾਂ ਦੇ ਵਿੱਚੋਂ 15,000 ਵਿਦਿਆਰਥੀਆਂ ਦੀ ਉੱਚ ਗ੍ਰੇਡ ਪੱਧਰ ਦੀ ਪ੍ਰੀਖਿਆ ਦੇ ਨਤੀਜਿਆਂ ਦੇ ਆਧਾਰ ਤੇ ਅਮਰੀਕੀ ਭਾਰਤੀ ਸਕੂਲੀ ਵਿਦਿਆਰਥਣ ਨਤਾਸ਼ਾ ਨੂੰ ਲਗਾਤਾਰ ਦੂਜੇ ਸਾਲ ਦੁਨੀਆ ਦੀ ਸਭ ਤੋਂ ਹੋਣਹਾਰ ਵਿਦਿਆਰਥਣ ਘੋਸ਼ਿਤ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਨਤਾਸ਼ਾ ਨਿਊ ਜਰਸੀ ਦੇ ਫੋਸੋਰੈਸ ਇੱਕ ਸਕੂਲ ਦੇ ਵਿੱਚ ਪੜ੍ਹਦੀ ਹੈ। ਉਸ ਨੂੰ 2021 ਦੇ ਵਿੱਚ ਜੌਨ ਹੈਂਪਸਿੰਗ ਸੈਂਟਰ ਦੇ ਵਿੱਚ ਵੀ ਪ੍ਰੀਖਿਆ ਦਿੱਤੀ ਗਈ ਸੀ। ਉਸ ਸਮੇਂ ਉਹ 5ਵੀਂ ਜਮਾਤ ਦੀ ਵਿਦਿਆਰਥਣ ਸੀ। ਵਰਬਲ ਅਤੇ ਇਸ ਯੋਗਤਾ ਦੀ ਪ੍ਰੀਖਿਆ ਦੇ ਵਿੱਚ ਨਤਾਸ਼ਾ ਦਾ ਪ੍ਰਦਰਸ਼ਨ ਗ੍ਰੇਡ 8 ਵਿੱਚ 90% ਹਾਸਿਲ ਕਰਨ ਦੇ ਬਰਾਬਰ ਸੀ, ਜਿਸ ਕਾਰਨ ਉਸਨੇ ਉਸ ਸਾਲ ਦੀ ਸਨਮਾਨ ਸੂਚੀ ਦੇ ਵਿੱਚ ਸਥਾਨ ਹਾਸਿਲ ਕੀਤਾ। ਯੂਨੀਵਰਸਿਟੀ ਦੇ ਸੋਮਵਾਰ ਨੂੰ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ, ਨਤਾਸ਼ਾ ਨੂੰ ਇਸ ਸਾਲ SAT, ACT ਸਕੂਲ ਅਤੇ ਕਾਲਜ ਯੋਗਤਾ ਟੈਸਟ ਜਾਂ ਫਿਰ CTY ਚੈਲੰਜ ਦੇ ਵਿੱਚ ਵੀ ਮੁਕੱਲਣ ਪੇਸ਼ਕਸ਼ ਦਿੱਤੀ ਜਾਵੇਗੀ, ਜਿਸ ਉਪਰੰਤ ਇਸ ਪ੍ਰਦਰਸ਼ਨ ਦੇ ਲਈ ਸਨਮਾਨਿਤ ਵੀ ਕੀਤਾ ਜਾਵੇਗਾ। ਇਸੇ ਉਪਰੰਤ ਨਤਾਸ਼ਾ ਦੇ ਮਾਤਾ-ਪਿਤਾ ਚੇਨਈ ਦੇ ਰਹਿਣ ਵਾਲੇ ਹਨ। ਉਹਨਾਂ ਨੇ ਆਖਿਆ, ਆਪਣੇ ਖਾਲੀ ਸਮੇਂ ਦੇ ਵਿੱਚ ਨਤਾਸ਼ਾ ਨੂੰ ਗੂਗਲ ਡੂਗਲ ਬਣਾਉਣ ਅਤੇ JRR ਟੈਕਨੋਲੋਜੀ ਨੂੰ ਨੋਵਲਾਂ ਨੂੰ ਪੜ੍ਹਨ ਦਾ ਪਸੰਦ ਹੈ। CTY ਦੁਨੀਆ ਭਰ ਦੇ ਅਸਧਾਰਨ ਤੌਰ ਤੇ ਹੁਸ਼ਿਆਰ ਵਿਦਿਆਰਥੀਆਂ ਦੀ ਪਛਾਣ ਕਰਨ ਦੇ ਲਈ ਉੱਚ ਗ੍ਰੇਡ ਪੱਧਰ ਦੀ ਪ੍ਰੀਖਿਆ ਜਾਂ ਫਿਰ ਆਯੋਜਨ ਕਰਦਾ ਹੈ। ਉਹਨਾਂ ਦੀਆਂ ਅਧਿਆਤਮਿਕ ਯੋਗਤਾਵਾਂ ਦੇ ਲਈ ਵਿਸ਼ੇਸ਼ ਸਪਸ਼ਟ ਰੂਪ ਦੇ ਵਿੱਚ ਤਸਵੀਰਾਂ ਪੇਸ਼ ਕਰਦਾ ਹੈ। ਆਪਣੀ ਤਾਜ਼ਾ ਕੋਸ਼ਿਸ਼ ਦੇ ਵਿੱਚ ਨਤਾਸ਼ਾ ਨੇ ਸਾਰੇ ਉਮੀਦਵਾਰਾਂ ਦੇ ਵਿੱਚੋਂ ਸਭ ਤੋਂ ਵੱਧ ਗ੍ਰੇਡ ਪ੍ਰਾਪਤ ਕੀਤੇ ਹਨ। ਗੱਲ ਕਰਾਂਗੇ ਅਗਲੀ ਖਬਰ ਬਾਰੇ। ਫਰੋਜ਼ਨ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦਾ ਗੁਰਪੁਰਬ ਬੜੀ ਹੀ ਸ਼ਰਧਾ ਦੇ ਨਾਲ ਮਨਾਇਆ ਗਿਆ। ਸ਼੍ਰੀ ਗੁਰੂ ਰਵਿਦਾਸ ਜੀ ਦਾ ਗੁਰਪੁਰਬ ਫਰੋਜ਼ਨ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ, ਜਿੱਥੇ ਐਤਵਾਰ ਦੇ ਦੀਵਾਨ ਅਤੇ ਗੁਰੂ ਰਵਿਦਾਸ ਜੀ ਦੇ ਜੀਵਨ ਨੂੰ ਯਾਦ ਕਰਦਿਆਂ ਰੂਹਾਨੀ ਗੁਰਮਿਤ ਵਿਚਾਰਾਂ ਹੋਈਆਂ। ਉੱਥੇ ਹੀ ਕੀਰਤਨ ਦੀਵਾਨ ਸਜਾਏ ਗਏ। ਇੰਨਾ ਹੀ ਨਹੀਂ, ਦੀਵਾਨਾਂ ਤੇ ਗੁਰੂ ਘਰਾਂ ਦੇ ਕੀਰਤਨ ਡਾਕਟਰ ਸਰਬਜੀਤ ਸਿੰਘ ਨੇ ਜੱਥੇ ਦੇ ਕੀਰਤਨਾਂ ਦੇ ਰਾਹੀਂ ਹਾਜ਼ਰੀ ਭਰਾਈ। ਇਸੇ ਸਮਾਗਮ ਦੇ ਵਿੱਚ ਕਥਾਵਾਚਕ ਭਾਈ ਮਲਕੀਤ ਸਿੰਘ ਕਰਨਾਲ ਨੇ ਸ਼ਬਦ ਦੀ ਕਥਾ ਦੇ ਰਾਹੀਂ ਸਾਂਝ ਪਾਈ ਹੈ। ਇਸੇ ਸਮਾਗਮ ਦੇ ਦੌਰਾਨ ਵਿਸ਼ੇਸ਼ ਤੌਰ ਤੇ ਉੱਘੇ ਸਮਾਜ ਸੇਵਾਈ ਸੁਖਬੀਰ ਸਿੰਘ ਭੰਡਾਲਾ ਨੇ ਸਟੇਜ ਨੂੰ ਸੰਬੋਧਿਤ ਕਰਦਿਆਂ ਕਿਹਾ, ਸਮਾਜਿਕ ਗਤੀਵਿਧੀਆਂ ਦਾ ਵਿਦਰੋਹ ਕਰਨ ਦੇ ਨਾਲ ਦੁਨੀਆ ਦੇ ਸਮੇਂ ਦੀ ਮਨੁੱਖਤਾ ਦੇ ਰੂਬਰੂ ਕਰਾਉਣ ਦੇ ਨਾਲ ਇਹਨਾਂ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦਾ ਨਾਮ ਸ਼ਾਮਿਲ ਹੋਣ ਅਤੇ ਉਸ ਵੇਲੇ ਦੇ ਫੁੱਲੀ ਊਚ ਨੀਚ ਜਾਤ ਪਾਤ ਕਰਮਕਾਂਡ ਪਖੰਡਵਾਦ ਧਾਰਮਿਕ ਕੱਟੜਤਾ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾਣੀ ਚਾਹੀਦੀ ਹੈ। ਸ਼੍ਰੀ ਗੁਰੂ ਰਵਿਦਾਸ ਜੀ ਦੇ ਜਾਤ ਪਾਤ ਦਾ ਖੰਡਨ ਕਰਦਿਆਂ ਉੱਚ ਵਰਗ ਦੇ ਜਾਤੀ ਅਭਿਮਾਨ ਅਤੇ ਹੰਕਾਰ ਨੂੰ ਸੁੱਟ ਮਾਰਿਆ। ਆਪ ਸਮਾਜ ਜੋ ਸ਼ੋਸ਼ਣ ਛੂਤ ਛਾਤ ਪਖੰਡਵਾਦ ਦਾ ਖਮਤਾ ਕਰਕੇ ਬਰਾਮਤਾ ਵਾਲਾ ਸਮਾਜ ਕਾਇਮ ਕਰਨਾ ਚਾਹੁੰਦੇ ਸਨ। ਗੱਲ ਕਰਾਂਗੇ ਅਗਲੀ ਖਬਰ ਬਾਰੇ।
ਆਸਟ੍ਰੇਲੀਆ ਨੇ ਭੂਚਾਲ ਪ੍ਰਭਾਵਿਤ ਤੁਰਕੀ ਅਤੇ ਸੀਰੀਆ ਦੇ ਲਈ 90 ਕਰੋੜ ਦੀ ਸਹਾਇਤਾ ਦਾ ਕੀਤਾ ਐਲਾਨ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਤੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਕ੍ਰਿਸ ਹੈਲਪਿੰਗਸ ਨੇ ਭੂਚਾਲ ਪ੍ਰਭਾਵਿਤ ਤੁਰਕੀ ਅਤੇ ਸੀਰੀਆ ਦੇ ਲਈ $11 ਮਿਲੀਅਨ ਲਗਭਗ 90 ਕਰੋੜ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਹੈ। CNN ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੋਵੇਂ ਨੇਤਾਵਾਂ ਦੇ ਵਿਨਾਸ਼ਕਾਰੀ ਭੂਚਾਲਾਂ ਦੇ ਪੀੜਤਾਂ ਦੇ ਲਈ ਕੁੱਲ ਮਿਲਾ ਕੇ $11.5 ਮਿਲੀਅਨ ਦੀ ਸਹਾਇਤਾ ਦਾ ਵਾਅਦਾ ਕੀਤਾ। ਮੰਗਲਵਾਰ ਨੂੰ ਕਾਰਬੈਨਾ ਦੇ ਵਿੱਚ ਇੱਕ ਸੰਯੁਕਤ ਨਿਊਜ਼ ਕਾਨਫਰੰਸ ਦੇ ਦੌਰਾਨ ਆਲਬੇਲਜ਼ ਦੇ ਵੱਲੋਂ ਕਿਹਾ ਗਿਆ ਹੈ ਕਿ ਦੇਸ਼ ਰੈੱਡ ਕਰਾਸ, ਰੈੱਡ ਕਮੇਟੀ ਅਤੇ ਮਾਨਵਵਾਦੀ ਏਜੰਸੀਆਂ ਦੇ ਦੁਆਰਾ ਇਹਨਾਂ ਨੂੰ ਸਹਾਇਤਾ ਦੇ ਲਈ ਸ਼ੁਰੂਆਤੀ $10 ਬਿਲੀਅਨ ਪ੍ਰਦਾਨ ਕਰੇਗਾ। ਉਹਨਾਂ ਨੇ ਆਖਿਆ ਕਿ ਆਸਟ੍ਰੇਲੀਆ ਦੇ ਵੱਲੋਂ ਸਹਾਇਤਾ ਉਹਨਾਂ ਲੋਕਾਂ ਨੂੰ ਪਹੁੰਚਾਈ ਜਾਵੇਗੀ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਲੋੜ ਹੈ। ਇਸੇ ਦੌਰਾਨ ਅੱਗੇ ਆਖਿਆ ਹੈ ਕਿ ਆਸਟ੍ਰੇਲੀਆ ਦੀ ਪਹਿਲੀ ਰਾਜ ਯਾਤਰਾ ਤੇ ਕਿਹਾ ਗਿਆ ਹੈ ਕਿ $1.5 ਮਿਲੀਅਨ ਦੀ ਯੋਗਦਾਨ ਦੇਵੇਗਾ। ਇੱਕ ਬਿਆਨ ਦੇ ਵਿੱਚ ਨਿਊਜ਼ੀਲੈਂਡ ਦੇ ਵਿਦੇਸ਼ ਮੰਤਰਾਲੇ ਦੇ ਵੱਲੋਂ ਆਖਿਆ ਗਿਆ ਮਨੁੱਖੀ ਯੋਗਦਾਨ ਤੁਰਕੀ ਰੈੱਡ ਕੰਟਰੈਕਟ ਅਤੇ ਸੀਰੀਆ ਦੇ ਰੈੱਡ ਕਰਾਸ ਕਮੇਟੀ ਦੇ ਮੁਹਿੰਮਾਂ ਨੂੰ ਭੋਜਨ ਸਪਲਾਈ, ਟੈਂਟ, ਕੰਬਲ ਵਰਗੀਆਂ ਜ਼ਰੂਰੀ ਵਸਤੂਆਂ ਮੁਹੱਈਆ ਕਰਾਈਆਂ ਜਾਣਗੀਆਂ। ਜੀਵਨ ਬਚਾਉਣ ਵਾਲੀ ਡਾਕਟਰੀ ਸਹਾਇਤਾ ਅਤੇ ਮਨੋਵਿਗਿਆਨ ਸਹਾਇਤਾ ਪ੍ਰਦਾਨ ਕਰਨ ਦੇ ਲਈ ਸਹਾਇਤਾ ਕਰੇਗੀ। ਅਧਿਕਾਰੀਆਂ ਦੇ ਏਜੰਸੀਆਂ ਦੇ ਅਨੁਸਾਰ ਸੋਮਵਾਰ ਤੜਕੇ ਆਏ 7.8 ਤਿੱਬਰਤਨ ਦੇ ਭੂਚਾਲ ਦੇ ਕਾਰਨ ਤੁਰਕੀ ਅਤੇ ਸੀਰੀਆ ਦੇ ਵਿੱਚ 4300 ਤੋਂ ਵੱਧ ਲੋਕ ਮਾਰੇ ਗਏ ਹਨ। 15,000 ਵਧੇਰੇ ਲੋਕ ਜ਼ਖਮੀ ਪਾਏ ਗਏ ਹਨ। ਗੱਲ ਕਰਾਂਗੇ ਅਗਲੀ ਖਬਰ ਬਾਰੇ। ਨਿਊਜ਼ੀਲੈਂਡ ਪੁਲਿਸ ਦੀ ਵੱਡੀ ਕਾਰਵਾਈ, $30 ਕਰੋੜ ਦੀ ਕੋਕੀਨ ਕੀਤੀ ਗਈ ਜ਼ਬਤ। ਨਿਊਜ਼ੀਲੈਂਡ ਦੇ ਵਿੱਚ ਪੁਲਿਸ ਨੇ ਸਮੁੰਦਰ 'ਚ ਤੈਰ ਰਹੀ $30 ਕਰੋੜ ਦੀ ਕੀਮਤੀ 3.2 ਟਨ ਦੀ ਕੋਕੀਨ ਬਰਾਮਦ ਕੀਤੀ। ਪੁਲਿਸ ਨੇ ਦੱਸਿਆ ਉਸ ਨੇ ਬੁੱਧਵਾਰ ਨੂੰ ਕੋਕੀਨ ਦੇ ਲਗਭਗ 19 ਬੰਡਲ ਜ਼ਬਤ ਕੀਤੇ। ਪੁਲਿਸ ਨੇ ਆਖਿਆ ਕਿ ਉਸ ਨੇ ਨਿਊਜ਼ੀਲੈਂਡ ਸਰਵਿਸ ਅਤੇ ਨਿਊਜ਼ੀਲੈਂਡ ਡਿਫੈਂਸ ਫੋਰਸ ਦੇ ਨਾਲ ਇਸ ਸਾਂਝੇ ਆਪਰੇਸ਼ਨ ਦੇ ਵਿੱਚ ਪ੍ਰਸ਼ਾਂਤ ਮਹਾਸਾਗਰ ਤੋਂ ਨਸ਼ੀਲੇ ਪਦਾਰਥਾਂ ਨੂੰ ਇਕੱਠਾ ਕੀਤਾ। EFE ਨਿਊਜ਼ ਦੀ ਰਿਪੋਰਟ ਦੇ ਮੁਤਾਬਿਕ ਦੱਸਿਆ ਗਿਆ ਪੁਲਿਸ ਨੇ ਫੇਸਬੁੱਕ ਦੇ ਉੱਤੇ ਇਹ ਕੋਕੀਨ ਦੇਰ ਰਾਤ ਨੂੰ ਬਰਾਮਦ ਕੀਤੀ ਹੈ। ਪੁਲਿਸ ਨੇ ਇੱਕ ਫੋਟੋ ਜਾਰੀ ਕਰਕੇ ਜਿਸ ਦੇ ਵਿੱਚ ਸਮੁੰਦਰ ਦੀ ਤਹਿਤ ਲਹਿਰਾਂ ਜਾਲ ਦੇ ਵਿੱਚ ਕੋਕੀਨ ਦੇ ਬੰਡਲ ਦਿਖਾਏ ਜਾ ਰਹੇ ਹਨ। ਫਿਲਹਾਲ ਇਸ ਮਾਮਲੇ ਦੇ ਵਿੱਚ ਅਜੇ ਤੱਕ ਕੋਈ ਗ੍ਰਿਫਤਾਰੀ ਤਾਂ ਨਹੀਂ ਹੋਈ ਹੈ, ਪਰੰਤੂ ਇਸ ਬਾਰੇ ਹਾਲੇ ਇਨਵੈਸਟੀਗੇਸ਼ਨ ਜਾਰੀ ਹੈ। ਇੱਕ ਬਿਆਨ ਦੇ ਵਿੱਚ ਅੱਗੇ ਆਖਿਆ ਗਿਆ ਕਿ ਪੁਲਿਸ ਨੇ ਲਗਭਗ 19 ਬੰਡਲਾਂ ਨੂੰ ਦੇਖਿਆ। ਇਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਵਿੱਚ ਕੋਕੀਨ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਹੈ। ਪੁਲਿਸ ਕਮਿਸ਼ਨਰ ਦੇ ਵੱਲੋਂ ਇੱਕ ਬਿਆਨ ਦੇ ਵਿੱਚ ਇਹ ਵੀ ਆਖਿਆ ਗਿਆ ਕਿ ਇਹ ਇਸ ਦੇਸ਼ ਦੇ ਵਿੱਚ ਅਧਿਕਾਰੀਆਂ ਦੇ ਦੁਆਰਾ ਜ਼ਬਤ ਕੀਤੇ ਗਏ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਸਭ ਤੋਂ ਵੱਡੀ ਖੇਪ ਹੈ। ਗੱਲ ਕਰਾਂਗੇ ਅਗਲੀ ਖਬਰ ਬਾਰੇ।